ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਗਿਆਨ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਵਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਓੰਕਾਰ ਜੋਰੀ ਨਮੋ ਓੰਕਾਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਇਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ। ਤਿਸ ਥਲ ਜਬ ਬੈਠੇ ਗੁਰੂ ਸਭ ਉਰ ਸੰਸੈ ਠਾਨ। ਕਰ ਜੋਰੇ ਬੂਝਤ ਭਏ ਕਿਹ ਸਥਾਨ ਇਹਵਾਨ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਦਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤਿਸ ਥਲ ਜਬ ਬੈਠੇ ਗੁਰੂ ਸਭ ਉਰ ਸੰਸੈ ਠਾਨ। ਕਰ ਜੋਰੇ ਬੂਝਤ ਭਏ ਕਿਹ ਸਥਾਨ ਇਹਵਾਨ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 14 ਸ਼ੁਰੂ ਕਰਦੇ ਹੋਏ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ 6ਵੇਂ ਸਤਿਗੁਰੂ ਸਿੱਖਾਂ ਦੇ ਨਾਲ ਚੋਹਲਾ ਸਾਹਿਬ ਆਏ ਅਤੇ ਜਦੋਂ ਸਿੱਖਾਂ ਨੇ ਬਾਬਾ ਭਾਨਾ ਜੀ ਨੇ ਪੁੱਛਿਆ ਕਿ ਸਤਿਗੁਰੂ ਜੀ ਇਸ ਸਥਾਨ ਨੂੰ ਚੋਹਲਾ ਕਿਉਂ ਕਿਹਾ ਹੈ, ਚੋਹਲਾ ਨਾਮ ਕਿਉਂ ਰੱਖਿਆ ਹੈ। ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਨਾਲ ਸੋ ਜਦੋਂ ਪਿੰਡ ਦਾ ਨਾਂ ਚੋਹਲਾ ਰੱਖਿਆ। ਸਾਰਾ ਕੁਝ ਤੁਸੀਂ ਅੱਖਾਂ ਦੇ ਨਾਲ ਦੇਖਿਆ ਹੈ, ਸੁਣਿਆ ਹੈ, ਇਹ ਸਾਰੀ ਕਥਾ ਤੁਸੀਂ ਸੁਣਾਓ। ਔਰ ਚੋਹਲਾ ਸਾਹਿਬ ਦੀ ਸਾਰੀ ਕਥਾ ਇਤਿਹਾਸ ਜਿਹੜਾ ਭਾਈ ਗੁਰਦਾਸ ਜੀ ਨੇ ਸੁਣਾਇਆ ਕਿ ਜੇ ਉਹ ਪਿੰਡ ਵਾਲਿਆਂ ਨੇ ਸ਼ੰਕਾ ਵੀ ਕੀਤਾ ਸਤਿਗੁਰੂ ਜੀ ਅਸੀਂ ਚੋਹਲਾ ਸਾਹਿਬ ਕਹਿ ਦਿਆਂਗੇ, ਪਰ ਜਿਹੜਾ ਸਰਕਾਰੀ ਕਾਗਜ਼ਾਂ ਦੇ ਵਿੱਚ ਭੈਣੀ ਨਾਂ ਲਿਖਿਆ ਜਦੋਂ ਟੈਕਸ ਭਰਨ ਵਾਸਤੇ ਜਾਵਾਂਗੇ ਉੱਥੇ ਚੋਹਲਾ ਸਾਹਿਬ ਉਹਨਾਂ ਮੰਨਣਾ ਹੀ ਨਹੀਂ। ਔਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੁਸੀਂ ਚੋਹਲਾ ਹੀ ਕਹਿਣਾ ਹੈ। ਔਰ ਜਦੋਂ ਦਿੱਲੀ ਟੈਕਸ ਭਰਨ ਗਏ ਇਹੀ ਜਾ ਕੇ ਕਿਹਾ ਦੀਵਾਨ ਜੀ ਅਸੀਂ ਚੋਹਲੇ ਪਿੰਡ ਤੋਂ ਆਏ ਹਾਂ। ਔਰ ਦੀਵਾਨ ਜੀ ਪਛਾਣਦਾ ਸੀ ਕਿ ਤੁਸੀਂ ਤੇ ਭੈਣੀ ਪਿੰਡ ਦੇ ਮੁਖੀ ਹੋ, ਪੰਚ ਹੋ। ਕਹਿੰਦੇ ਨਹੀਂ ਸਾਡੇ ਪਿੰਡ ਦਾ ਨਾਂ ਚੋਹਲਾ ਹੈ। ਔਰ ਜਦੋਂ ਕਾਗਜ਼ ਫੋਲੇ ਕਾਗਜ਼ਾਂ ਦੇ ਵਿੱਚ ਭੈਣੀ ਨਾਂ ਹੀ ਕਿਤੇ ਨਹੀਂ ਆਇਆ, ਹਰ ਥਾਂ 'ਤੇ ਚੋਹਲਾ ਸੀ। ਫਿਰ ਇੱਥੋਂ ਤੱਕ ਬਾਦਸ਼ਾਹ ਤੱਕ ਵੀ ਇਹ ਗੱਲ ਗਈ ਅਤੇ ਬਾਦਸ਼ਾਹ ਨੇ ਵੀ ਫਿਰ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰੀ ਕੀਤੀ ਕਿ ਸਤਿਗੁਰੂ ਜੀ ਧੰਨ ਨੇ, ਇਹ ਸਾਡੇ ਕਾਗਜ਼ ਸਰਕਾਰੀ ਕਾਗਜ਼ ਤੱਕ ਹੀ ਉਹ ਤੇ ਜੇ ਕਿਰਪਾ ਕਰਨ ਅਤੇ ਧਰਮਰਾਜ ਦੇ ਕਾਗਜ਼ਾਂ ਵਿੱਚ ਜੋ ਮਰਜ਼ੀ ਬਦਲ ਦੇਣ। ਇੱਥੋਂ ਤੱਕ ਕਿ ਬਾਣੀ ਦੇ ਵਿੱਚ ਕਿਹਾ ਧਰਮਰਾਜ ਨੇ ਤਾਂ ਕਾਗਜ਼ ਵੀ ਪਾੜ ਦਿੱਤੇ। ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਪਿੰਡ ਦੇ ਵਿੱਚੋਂ 3 ਕੋਹ ਫਿਰ ਅਗਲੇ ਦਿਨ ਅੱਗੇ ਚੱਲੇ ਨੇ। 3 ਕੋਹ 'ਤੇ ਜਾ ਕੇ ਫਿਰ ਡੇਰਾ ਕੀਤਾ ਹੈ। ਅੱਗੇ ਅਧਿਆਇ ਨੂੰ ਸ਼ੁਰੂ ਕਰਦੇ ਹੋਏ ਲਿਖਦੇ ਨੇ ਕਿ ਜਦੋਂ ਗੁਰੂ ਸਾਹਿਬ ਜੀ ਨੇ ਡੇਰਾ ਕੀਤਾ ਇੱਕ ਥਾਂ 'ਤੇ ਉਤਰੇ ਨੇ, ਉੱਥੇ ਗੁਰੂ ਸਾਹਿਬ ਜੀ ਨੇ ਨਮਸਕਾਰ ਕੀਤੀ
ਤੇ ਜਦੋਂ ਨਮਸਕਾਰ ਕੀਤੇ ਫਿਰ ਸੁਭਾਵਕ ਸੀ ਸਿੱਖਾਂ ਨੇ ਪੁੱਛਣਾ ਸੀ ਕਿ ਕੋਈ ਨਾ ਕੋਈ ਥਾਂ ਹੋਏਗੀ। ਕਰ ਜੋਰੇ ਬੁਝਤ ਭਏ ਕਿਸ ਥਾਨ ਹੈ ਆਨ। ਸਿੱਖਾਂ ਨੇ ਹੱਥ ਜੋੜੇ ਤੇ ਪੁੱਛਦੇ ਨੇ ਸਤਿਗੁਰੂ ਜੀ ਇਹ ਸਥਾਨ ਕਿੰਦਾ ਹੈ। ਇਸ ਸਥਾਨ ਤੇ ਆਪ ਜੀ ਨੇ ਨਮਸਕਾਰ ਕੀਤੀ ਹੈ। ਕਰ ਬੰਧਨ ਕੋ ਰਾਵਰ ਬੈਸੇ ਕਿਸ ਕੋ ਥਲ ਹੋਇਓ ਇਹ ਕੈਸੇ। ਸਤਿਗੁਰੂ ਜੀ ਆਪ ਜੀ ਇਸ ਸਥਾਨ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਬੈਠੇ ਹੋ, ਕਿਸ ਦਾ ਸਥਾਨ ਹੈ ਤੇ ਕਿਵੇਂ ਹੋਇਆ। ਦਇਆ ਸਿੰਧ ਸੁਣ ਬਾਕ ਬਖਾਨੇ ਇਹ ਸ੍ਰੀ ਨਾਨਕ ਕੋ ਸਥਾਨੇ। ਦਇਆ ਦੇ ਸਾਗਰ ਸਤਿਗੁਰੂ ਜੀ ਨੇ ਫਿਰ ਬਚਨ ਕੀਤੇ, ਕਹਿੰਦੇ ਇਹ ਵੱਡੇ ਗੁਰੂ, ਸਭ ਤੋਂ ਵੱਡੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਥਾਨ ਹੈ। ਪਠੇ ਵਿੰਡ ਪੁਰ ਨਾਮ ਕਹੰਤੇ ਖੱਤਰੀ ਬੇਦੇ ਬ੍ਰਿੰਦ ਬਸੰਤੇ। ਇਸ ਪਿੰਡ ਨੂੰ ਪੱਠੇ ਵਿੰਡ ਕਿਹਾ ਜਾਂਦਾ ਸੀ। ਪਿੰਡ ਦਾ ਨਾਮ ਪੱਠੇ ਵਿੰਡ ਸੀ। ਇੱਥੇ ਬਹੁਤ ਸਾਰੇ ਬੇਦੀ ਖੱਤਰੀ ਜਿਹੜੇ ਨੇ ਉਹ ਵਸਦੇ ਸਨ। ਸੰਗ ਹੁਤੇ ਬਾਲਾ ਮਰਦਾਨਾ ਸ੍ਰੀ ਨਾਨਕ ਆਏ ਇਸ ਥਾਨਾ। ਤੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਿੰਡ ਪੱਠੇ ਵਿੰਡ ਆਏ, ਭਾਈ ਬਾਲਾ ਤੇ ਮਰਦਾਨਾ ਨਾਲ ਸਨ। ਆਨ ਬੇਦੀਨ ਜਬੈ ਨਿਹਾਰੇ ਕਰਤ ਕੁਤਰਕਣ ਬਾਕ ਉਚਾਰੇ। ਤੇ ਜਦੋਂ ਕੁਝ ਬੇਦੀਆਂ ਨੇ ਆ ਕੇ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨੇ, ਤੇ ਉਹਨਾਂ ਨੇ ਬੜੇ ਮੰਦੇ ਬੋਲ ਵੀ ਬੋਲੇ, ਮੰਦੇ ਸੰਕਲਪ ਵਾਲੇ ਹੁਜਤਾਂ ਵੀ ਕੀਤੀਆਂ, ਤਰਕ ਕੁਤਰਕ ਕਰਦੇ ਰਹੇ। ਕਹਾਂ ਬੇਦੀਨ ਬੰਸ ਲਜ਼ਾਵਾ ਬੇਖ ਬੇਖ ਫਕੀਰਨ ਕੋਹਰੋ ਚਲਾਵਾ। ਕਿ ਇਹ ਬੇਦੀ ਕਹਿੰਦੇ ਨੇ ਕਿ ਨਾਨਕ ਜੀ ਤੁਸੀਂ ਤੇ ਵੇਦੀ ਵੰਸ਼ ਨੂੰ ਲਾਜ ਲਾ ਦਿੱਤੀ ਹੈ, ਸਾਡੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਆ। ਕੀ ਤੁਸੀਂ ਫਕੀਰ ਜੇ ਬਣੇ ਹੋ? ਆ ਫਕੀਰਾਂ ਵਾਲਾ ਚੋਲਾ ਜਿਹਾ ਪਾਇਆ ਹੈ, ਫਕੀਰਾਂ ਵਾਲੇ ਕੱਪੜੇ ਪਾ ਕੇ ਵੇਸ਼ ਧਾਰਨ ਕਰਕੇ ਤੁਸੀਂ ਕਿਹੜੇ ਕੁਰਾਹੇ ਪੈ ਗਏ ਹੋ? ਦੇਖੋ ਜਿੱਡਾ ਮਰਜ਼ੀ ਵੱਡਾ ਕੋਈ ਮਹਾਂਪੁਰਸ਼ ਹੋਏ, ਭਾਵੇਂ ਸਤਿਗੁਰੂ ਸਮਰੱਥ ਗੁਰੂ ਨਾਨਕ ਦੇਵ ਜੀ ਨੇ, ਇਹ ਹਕੀਕਤ ਹੈ ਕਿ ਉਹਨਾਂ ਦੇ ਘਰ ਦੇ ਤੇ ਖਾਸ ਕਰਕੇ ਜਿਹੜੇ ਉਹਨਾਂ ਦੇ ਜਾਤ ਬਰਾਦੀ ਵਾਲੇ ਨੇ, ਜਿਹੜੇ ਆਪਣੇ ਆਪ ਨੂੰ ਬਰਾਬਰ ਦੇ ਸਮਝਦੇ ਨੇ, ਉਹ ਜਾਣ ਹੀ ਨਹੀਂ ਸਕੇ, ਉਹ ਲਾਹਾ ਲੈ ਸਕੇ ਹੀ ਨਹੀਂ। ਇਹ ਕਹਿ ਲਈ ਕਿ ਉਹਨਾਂ ਦੇ ਭਾਗਾਂ ਵਿੱਚ ਹੀ ਨਹੀਂ। ਇਹ ਆਪਣੇ ਸ਼ਰੀਕੇ ਵਿੱਚੋਂ ਜਾਣ ਕੇ ਕਹਿੰਦੇ ਨੇ ਅਸੀਂ ਬੇਦੀ ਹਾਂ, ਤੁਸੀਂ ਬੇਦੀ ਹੋ, ਤੁਸੀਂ ਤਾਂ ਸਾਨੂੰ ਸਾਡੇ ਕੁੱਲ ਨੂੰ ਖਾਨਦਾਨ ਨੂੰ ਲਾਜ ਲਾ ਦਿੱਤੀ ਹੈ। ਇਹ ਫਕੀਰਾਂ ਵਾਲਾ ਕੱਪੜੇ ਪਾਏ ਨੇ, ਪਹਿਰਾਵਾ ਬਣਾਇਆ। ਇਸ ਪੁਰ ਪ੍ਰਾਤਨ ਮਹਿ ਚਹਥਾਨ ਕਰੇ ਪਸਾਰਣ ਦੰਭ ਮਹਾਨ। ਕਹਿੰਦੇ ਇੱਥੇ ਤੁਸੀਂ ਭਰਾਵਾਂ ਦੇ ਨਗਰ ਵਿੱਚ ਆ ਕੇ, ਕਿਉਂਕਿ ਬੇਦੀ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਭਰਾ ਹੀ ਦੱਸਦੇ ਨੇ, ਸ਼ਰੀਕੇਬਾਜ਼ੀ ਕਰਦੇ ਨੇ ਨਾ, ਕਿ ਤੁਸੀਂ ਇੱਥੇ ਆ ਕੇ ਸਥਾਨ ਚਾਹੁੰਦੇ ਹੋ ਲੈਣਾ, ਇੱਥੇ ਆ ਕੇ ਪਖੰਡ ਵਿਖਾਓਗੇ ਲੋਕਾਂ ਨੂੰ। ਹਮ ਸ਼ਰੀਕ ਤੂੰ ਬਸਨ ਨਾ ਦਹਿ ਜਾਹੋ ਅਬੇ ਨ ਹੈ ਪਕੜ ਉਠੈ ਹੈ। ਸਤਿਗੁਰੂ ਜੀ ਕਹਿੰਦੇ ਨੇ ਇੱਥੇ ਬੇਦੀਆਂ ਨੇ ਤੂੰ ਤਾਂ ਕਹਿ ਦਿੱਤਾ ਸੀ ਕਿ ਅਸੀਂ ਸ਼ਰੀਕੇ ਵਾਲੇ, ਕਿਉਂਕਿ ਅਸੀਂ ਵੀ ਬੇਦੀ ਹਾਂ, ਤੁਹਾਨੂੰ ਇਸ ਪਿੰਡ ਵਿੱਚ ਤੇ ਨਹੀਂ ਰਹਿਣ ਦਿਆਂਗੇ, ਤੁਸੀਂ ਸ਼ਰੀਕਾ ਕਰੋਗੇ ਸਾਡੇ ਨਾਲ, ਤੇ ਸਾਡੇ ਕੁੱਲ ਦੇ ਲੋਕਾਂ ਨੇ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ। ਜੇ ਨਾ ਗਏ ਅਸੀਂ ਤੁਹਾਨੂੰ ਬਾਂਹ ਫੜ ਕੇ ਵੀ ਉਠਾ ਦੇਣਾ। ਕਹਿਓ ਗੁਰੂ ਹਮ ਬਾਸ ਨ ਕਰੈ ਕੋ ਦਿਨ ਬਸੇ ਆਣ ਥਲ ਫਿਰੈ। ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਰਾਵੋ ਮੈਂ ਤੁਹਾਡੇ ਨਾਲ ਕੋਈ ਸ਼ਰੀਕਾ ਕਰਨ ਥੋੜ੍ਹੀ ਆਇਆ, ਇੱਥੇ ਕੋਈ ਮੈਂ ਪੱਕਾ ਘਰ ਬਣਾ ਕੇ ਥੋੜ੍ਹੀ ਰਹਿਣਾ ਹੈ। 1-2 ਦਿਨ ਨਹੀਂ ਤੇ 4 ਦਿਨ ਰਹਿ ਜਾਂਗੇ, ਕੁਝ ਦਿਨ ਰਹਿਣਾ, ਅਸੀਂ ਇੱਥੇ ਚਲੇ ਜਾਣਾ, ਕੋਈ ਪੱਕੇ ਰਹਿਣ ਵਾਸਤੇ ਨਹੀਂ ਆਏ। ਨਹੀਂ ਸ਼ਰੀਕਣ ਸੰਗ ਸ਼ਰੀਕੀ ਤਜੇ ਲਾਲਸਾ ਨਾ ਹਿਨ ਨਿੱਕੀ।
सतगुरु कहते भाई असीं ते शरीकां दे नाल कहदी शरीकी करनी है, क्योंकि साडा तो सारा संसार ही परिवार है, सारे साडे भरा ने। मैं तो सारे तरह की लालसा ही छड्ड दित्ती है और सारे मैनू इक्को जिहे ने, कोई शरीका नहीं। सुन बेदियन गोप कर कहियो, यह तुम दाब सबन हम लहियो। ये सुन के बेदी कित्थे मनण वाले सन जी, गुस्से में आके कहते ने तो तुहाडा दा है कि एक बार रहन नूं जगह मिल गई, फिर किन्ने ठौणा है। मिल अपनाए लहंगे कई, बड़े सहायक तू तब तेई। ये कहते सानू पता तुसीं इत्थे आके कईयां नूं मिलोगे, कईयां नाल मिठियां मिठियां गल्लां करोगे, ते कई तुहाडा फिर पक्ष पूरनगे, कईयां नूं तुसीं अपने सहायक बना लोगे। या ते अबे उठावण करै, तू बच परना भरोसा धरै। इस करके गुरु नानक साहब जी नूं वो बेदी कहते हैं, असीं तो तुहानूं हुणे इत्थों उठाउणा है, तुहाडीआं गल्लां ते सानूं भरोसा नहीं। उठो जाहो सुन बाक हमारे, नत भुज कह कै तुर तो उठारे। कहते बेदियां ने फिर क्या, उठो चले जाओ, चंगी गल है कि साडे कहण ते चले जाओ, नहीं तो असीं बांह तो फड़ के तुहानूं इत्थों खिच के जां धक्के मार के बाहर कढांगे। ये गुरु नानक साहब जी नूं वो बेदी कह रहे हैं। तब श्री नानक बाग बखाना, तुम विरसा घर निज दिढ़ जाना। कहते धन गुरु नानक साहब जी फिर भी गुस्से विच नहीं आए, बड़े मिठे बोल बोले, कहन लगे भरावो कि तुसीं अपने जिहड़े घर ने इन्हां नूं अपना विरसा समझ लिया है, इन्हां नूं पक्की मालकी समझ लिया है। ये जिहड़े इट्टां दे घर बने हुए ने, भी पक्का घर ते शरीर भी कोई नहीं, तो जिंदे विच शरीर रहना तुसीं उहनूं पक्का समझ लिया। सो सब कूर शार मिल जावै, पुर उजरे कित खोज न पावै। सतगुरु कहते ने सारा कुछ एक दिन धूड़ मिट्टी सवाह हो जाना है, कोई पता नहीं रब की खेड का कि पिंड उजड़ जे लभ्या भी किते लभे ना। और गुरु साहब तो केवल बचन ही सह सुभा कह रहे सन। इम कह गमन केन गुण खानी, श्री नानक सिखण सुखदानी। धन गुरु नानक देव महाराज सिखां दे सुख देण वाले दाते। कहते सह सुभाए इस तरह बचन कह के उथों अगे नूं चले गए। पुन कुछ समा पाए कर्मा ही, वधी सपरदा मिटे सुनाही। कहते कुछ कुछ समा पिया, पिंड विच ईरखा वध गई। ये बेदे जिहड़े ने आपस में एक दूजे नाल ईरखा कर लग गए। ईरखा तो लड़ाई झगड़ा जिहड़ा मिटन का ना ही नहीं लेंदा, हर रोज़ वधदा है। लर लर भाजे पुर को शोर, परयो थे तब को इस ठौर। इन्नियां लड़ाइयां हुईयां, लड़ लड़ के कई तो लड़ाई तो डरते हुए भज गए। बस कदे एक गया कदे दो चले गए, सभा पा के सारा पिंड उजड़ गया। ये पिंड एक थे ही बन गया। श्री हरगोबिंद गाथ सुनाई, सुन सकरे निज सिस निभाई। ये उथे सी उत्ती थां सी जिथे गुरु साहब जी आके मत्था टेकते हैं। और गुरु साहब जी ने जदों ये सारी कथा सुनाई, फिर सारे उस थां ते शीश झुकाया कि धन गुरु नानक देव महाराज जी दीन दुनिया के मालक इस थां ते आके चरण पाए, तो पिंड के लोगों ने इत्थों बाहर कढ़ दिता। पिंड तो नहीं रहा, तो उजड़ गया। पर धन गुरु नानक देव महाराज जी जिथे तुहाडे चरण पै गए ने, इस स्थान ते रहिंदी दुनिया तक रहना है। थिरे घरे जुग बहुर सिधारे, दोए कोस जब चले अगारे। और इत्थे सतगुरु जी दो कू घड़ियां बैठे, क्योंकि एक थे सी जंगल जे बनया पे सी सारा। दो कू घड़ियां बैठे, ये बचन बलास होए। इतों सतगुरु जी फिर अगे चले, दो कू कोह दी दूरी ते अगे गए ने। श्री अर्जन को तह स्थान, उतर तुरंग ते बंधन ठान।
ਹੁਣ ਅੱਗੇ 2 ਕੋਹ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਥਾਨ ਸੀ। ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਨੇ, ਨਮਸਕਾਰ ਕੀਤੀ। ਸਵਾ ਜਾਮ ਦਿਨ ਤਬ ਲੋ ਚਰਿਓ, ਕਹਿ ਸਭਣ ਸੋ ਡੇਰਾ ਕਰਿਓ। ਕਿਉਂਕਿ ਦਿਨ ਦਾ ਸਵਾ ਪੈਰ ਤਕਰੀਬਨ ਨਿਕਲ ਚੁੱਕਿਆ ਸੀ। ਇਹ ਕਹਿ ਦਈਏ ਕਿ ਦੁਪਹਿਰ ਹੋਣ ਵਾਲੀ ਸੀ। 2 ਪੈਰ ਲੰਘ ਜਾਣ ਤੋਂ ਉਹਨੂੰ ਦੁਪਹਿਰ ਕਹਿੰਦੇ ਨੇ ਨਾ ਜੀ। ਸਵਾ ਕੁ ਪੈਰ ਲੰਘ ਗਿਆ। ਔਰ ਸਤਿਗੁਰੂ ਜੀ ਨੇ ਉੱਥੇ ਹੁਕਮ ਕੀਤਾ ਕਿ ਭਾਈ ਹੁਣ ਇੱਥੇ ਡੇਰਾ ਕਰੋ। ਆਗਿਆ ਦਈ ਆਹਾਰ ਕਰਨ ਕੇ, ਕਰੇ ਦੂਰ ਜਿਨ ਕੋ ਮਤ ਨਰਨ ਕੇ। ਜਿਹੜੇ ਮੇਰੇ ਸਤਿਗੁਰੂ ਜੀ ਨੇ ਕਈ ਮਨੁੱਖਾਂ ਦੀ ਭੈੜੀ ਮਤ ਦੂਰ ਕੀਤੀ। ਕਹਿੰਦੇ ਐਸੇ ਸਤਿਗੁਰੂ ਜੀ ਨੇ ਫਿਰ ਹੁਕਮ ਦਿੱਤਾ ਕਿ ਭਾਈ ਹੁਣ ਡੇਰਾ ਕਰੋ ਅਤੇ ਲੰਗਰ ਪਾਣੀ ਤਿਆਰ ਕਰੋ। ਬੈਠੇ ਲੱਗਿਓ ਦੀਵਾਨ ਮਹਾਨ, ਬੂਝਣ ਕਿੰਨੇ ਗੁਰ ਤਬ ਭਾਨ। ਸਤਿਗੁਰੂ ਜੀ ਬੈਠ ਕੇ ਗਲੀਚੇ ਵਿੱਚ ਕੇ ਵੱਡਾ ਦੀਵਾਨ ਲੱਗ ਗਿਆ। ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹੋਏ ਬਾਬਾ ਭਾਨਾ ਜੀ, ਕਿਉਂਕਿ ਹਰ ਗੱਲ ਤੋਂ ਉਹ ਜਾਣੂ ਹੋਣਾ ਚਾਹੁੰਦੇ ਸਨ, ਉਹਨਾਂ ਨੇ ਹੱਥ ਜੋੜੇ ਔਰ ਸਤਿਗੁਰੂ ਜੀ ਨੂੰ ਫਿਰ ਪੁੱਛ ਲਿਆ ਕਿ ਪਿਛਲਾ ਸਥਾਨ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੀ। ਪੁਰ ਉਜਾਰ ਕਛ ਦੂਰ ਦਿਖਾਏ, ਕਿਮ ਸ੍ਰੀ ਅਰਜਨ ਇਸ ਥਲੇ ਆਏ। ਕਿਉਂਕਿ ਉਹ ਪਿੰਡ ਤੇ ਗੁਰੂ ਨਾਨਕ ਦੇਵ ਜੀ ਤੇ ਮਹਾਰਾਜ ਜੀ ਦੇ ਬਚਨਾਂ ਕਰਕੇ ਉੱਜੜ ਗਿਆ, ਇੱਥੇ ਬਣ ਗਈ। ਪਰ ਇਹ ਉਸ ਪਿੰਡ ਤੋਂ ਵੀ ਕੁਝ ਦੂਰ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਉਹਨਾਂ ਨੇ ਕਿਵੇਂ ਟਿਕਾਣਾ ਕੀਤਾ, ਕਿਉਂਕਿ ਨੇੜੇ ਪਿੰਡ ਇੱਥੇ ਵੀ ਕੋਈ ਨਹੀਂ ਨਜ਼ਰ ਆ ਰਿਹਾ। ਸੁਣ ਗੁਰ ਵਿਦਿਏ ਔਰ ਨਿਹਾਰਾ, ਹੋਤੇ ਸੰਗ ਤੁਮ ਕਰੋ ਉਚਾਰਾ। ਸਤਿਗੁਰੂ ਜੀ ਨੇ ਭਾਈ ਬਿਧੀ ਚੰਦ ਵੱਲੇ ਦੇਖਿਆ ਕਿ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਪਿਤਾ ਜੀ ਇੱਥੇ ਆਏ ਸਨ ਕਿ ਭਾਈ ਬਿਧੀ ਚੰਦ ਜੀ ਤੁਸੀਂ ਨਾਲ ਸੋ, ਤੁਸੀਂ ਸਾਰਾ ਕੁਝ ਦੇਖਿਆ, ਤੁਸੀਂ ਸੁਣਾਓ। ਆਏ ਸਮਾਨੇ ਬੈਣ ਹਲਾਏ, ਵਿਚਰਤ ਸ੍ਰੀ ਅਰਜਨ ਇਤੇ ਆਏ। ਸਤਿਗੁਰੂ ਜੀ ਦੀ ਆਗਿਆ ਲੈ ਕੇ ਹੁਣ ਭਾਈ ਬਿਧੀ ਚੰਦ ਜੀ ਕਥਾ ਸੁਣਾਉਣ ਲੱਗੇ ਨੇ ਕਿ ਸਤਿਗੁਰੂ ਜੀ ਇੱਧਰੋਂ ਵਿਚਰਦਿਆਂ ਹੋਇਆਂ ਲੰਘਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸਥਾਨ 'ਤੇ ਆਏ ਸਨ। ਪੰਚ ਸਿੱਖ ਹਮ ਗੁਰ ਕੇ ਸਾਥ, ਬੈਠ ਰਹੇ ਇਸ ਥਲ ਜਬ ਨਾਥ। ਕਿ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਅਸੀਂ 5 ਸਿੱਖ ਸਨ ਅਤੇ ਇਸ ਥਾਂ 'ਤੇ ਆ ਕੇ ਜਦੋਂ ਬੈਠੇ ਕੁਝ ਸਮਾਂ ਬੈਠੇ ਰਹੇ। ਹਿਮ ਰਿਤੂ ਹੁਤੇ ਸੇਤ ਬਹੁ ਪਰੈ, ਕਣ ਜੁਤ ਪਾਉਣ ਬਹਿ ਤਨ ਠਰੇ। ਸਤਿਗੁਰੂ ਜੀ ਉਦੋਂ ਸਿਆਲ ਦੀ ਠੰਡੀ ਰੁੱਤ ਸੀ, ਠੰਡ ਬੜੀ ਸੀ, ਬੱਦਲਾਂ ਦੇ ਬੱਦਲ ਬਣੇ ਹੋਏ ਸਨ, ਠੰਡੀ ਹਵਾ ਵਗਦੀ ਸੀ ਜਿਹੜੀ ਸਰੀਰ ਦੇ ਅੰਦਰ, ਸਰੀਰ ਨੂੰ ਹੱਡੀਆਂ ਚੀਰਵੀਂ ਜਿਹਨੂੰ ਠੰਡ ਕਹਿੰਦੇ ਨੇ, ਅੰਦਰ ਤੱਕ ਠੰਡ ਜਾ ਰਹੀ ਸੀ। ਹਮ ਪੰਚੋ ਮਿਲ ਬਿਨੈ ਉਚਾਰੇ, ਚਲੋ ਆਪ ਉਠ ਪੁਰੇ ਮਝਾਰੇ। ਅਤੇ ਸਤਿਗੁਰੂ ਜੀ ਅਸੀਂ 5 ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਹਮਣੇ ਥੋੜ੍ਹੀ ਦੂਰ ਹੈ ਨਗਰ, ਉੱਠੋ ਉਸ ਨਗਰ ਦੇ ਵਿੱਚ ਚੱਲੀਏ। ਸੁਖ ਸੋ ਨਿਸਾ ਬਤਾਏ ਪਿਆਨੈ, ਸੁਣ ਗੁਰ ਕਹਿਓ ਦੂਰ ਕੁਛ ਜਾਣੈ। ਭਾਈ ਬਿਧੀ ਚੰਦ ਕਹਿੰਦੇ ਸੀ ਸਤਿਗੁਰੂ ਜੀ ਨੇ ਕਿਹਾ ਕਿ ਪਿੰਡ ਵਿੱਚ ਜਾਂਦੇ ਹਾਂ, ਕਿਤੇ ਨੂੰ ਕਿਸੇ ਦੇ ਘਰ ਵਿੱਚ ਰਵਾਂਗੇ, ਇੰਨੀ ਠੰਡੀ ਹਵਾ ਚੱਲਦੀ, ਸੁੱਖ ਦੇ ਨਾਲ ਰਾਤ ਬਤੀਤ ਕਰਾਂਗੇ ਅਤੇ ਅੱਗੇ ਫਿਰ ਆਪਾਂ ਪਿਆਨਾ ਕਰ ਦਾਂਗੇ ਕੱਲ੍ਹ। ਸੁਣ ਗੁਰ ਕਹਿਓ ਦੂਰ ਕੁਛ ਜਾਣੈ। ਕਹਿੰਦੇ ਇਹ ਸੁਣ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਕੁਝ ਅਸੀਂ ਦੂਰ ਹਾਂ ਪਿੰਡ ਤੋਂ, ਪਿੰਡ ਦੂਰ ਹੈ। ਬਸੇ ਦੁਸ਼ਟ ਜਨ ਭਾਉ ਬਹੀਨੇ, ਜਾਨੋ ਪਰੇ ਮਹਾਮਤ ਹੀਨੇ। ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਨੇ ਲੱਗਦਾ ਕਿ ਪਿੰਡ ਦੇ ਲੋਕ ਪਤਾ ਨਹੀਂ ਇਹਨਾਂ ਦੇ ਅੰਦਰ ਪਿਆਰ ਹੈ ਵੀ ਕਿ ਨਹੀਂ, ਲੱਗਦਾ ਤੇਵੇਂ ਹੈ। ਜਾਨੋ ਪਰੇ ਮਹਾਮਤ ਹੀਨੇ, ਕਿ ਇਹ ਲੋਕ ਮਤ ਤੋਂ ਹੀਣੇ ਹੀ ਨੇ, ਰੱਬ ਦੇ ਨਾਲ, ਰੱਬ ਦੇ ਬੰਦਿਆਂ ਦੇ ਨਾਲ ਇਹਨਾਂ ਦੇ ਅੰਦਰ ਪਿਆਰ ਕੋਈ ਨਹੀਂ। ਪੁਨ ਹਮ ਕਹਿਓ ਉਤੰਗ ਆਵਾਸ, ਪਿਖ ਜਨਵਾਸ ਕਰੈ ਨਿਸਬਾਸ।
ਤੇ ਭਾਈ ਬਿਧੀ ਚੰਦ ਕਹਿੰਦੇ ਅਸੀਂ ਫਿਰ ਵੀ ਨਹੀਂ ਸਮਝੇ। ਸਤਿਗੁਰੂ ਜੀ ਨੂੰ ਫਿਰ ਬੇਨਤੀ ਕਰ ਦਿੱਤੀ ਕਿ ਸਤਿਗੁਰੂ ਜੀ ਚਲੋ ਕਿਸੇ ਦੇ ਘਰ ਨਹੀਂ, ਪਿੰਡ ਹੈ, ਪਿੰਡ ਦੇ ਵਿੱਚ ਕੋਈ ਜੰਝ ਘਰ ਹੋਏਗਾ, ਜਿਹੜਾ ਆਮ ਲੋਕਾਂ ਦੇ ਠਹਿਰਨ ਲਈ ਥਾਂ ਕੋਈ ਨਾ ਕੋਈ ਬਣੇ ਹੋਣਾ ਨਾ, ਉੱਥੇ ਜਾ ਕੇ ਠਹਿਰ ਜਾਵਾਂਗੇ, ਇਸ ਠੰਡੀ ਹਵਾ ਤੋਂ ਤੇ ਬਚਾਂਗੇ। ਸਤਿਗੁਰੂ ਕਹਿਓ ਪ੍ਰਥਮ ਤੁਮ ਜੈ, ਪਿਕ ਸਥਾਨ ਪੁਨ ਹਮ ਟਿਕ ਆਇਐ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਬਿਧੀ ਚੰਦ, ਪਹਿਲਾਂ ਤੁਸੀਂ 2 ਜਣੇ ਜਾਓ ਕਿ ਜਿਹੜਾ ਜੰਝ ਘਰ ਤੁਹਾਨੂੰ ਲੱਗਦਾ ਨਾ ਲੋਕਾਂ ਦੇ ਠਹਿਰਨ ਵਾਲੀ ਪਿੰਡ ਵਾਲਿਆਂ ਨੇ ਥਾਂ ਬਣਾਈ ਹੋਏਗੀ, ਪਹਿਲੋਂ ਵੇਖ ਆਓ ਜਾ ਕੇ। ਜੇ ਕੋਈ ਥਾਂ ਹੋਈ ਤੇ ਫਿਰ ਸਾਡੇ ਕੋਲ ਆਇਓ, ਸਾਨੂੰ ਆ ਕੇ ਦੱਸਿਓ। ਸੁਣ ਆਇਸ ਕੋ ਪੁਰੀ ਸਧਾਰੇ, ਦੇਖੇ ਸੁੰਦਰ ਸਦਨ ਚੁਬਾਰੇ। ਤੇ ਭਾਈ ਬਿਧੀ ਚੰਦ ਜੀ ਕਹਿੰਦੇ ਕਿ ਅਸੀਂ ਗੁਰੂ ਸਾਹਿਬ ਦੀ ਆਗਿਆ ਲਈ ਪਿੰਡ ਦੇ ਵਿੱਚ ਗਏ, ਤੇ ਪਿੰਡ ਦੇ ਵਿੱਚ ਘਰ ਬੜੇ ਸੋਹਣੇ ਬਣੇ ਹੋਏ ਸਨ, ਵੱਡੇ ਵੱਡੇ ਘਰ ਚੁਬਾਰੇ ਬਣੇ ਹੋਏ ਸਨ। ਨਹਿ ਨਿਸਰਾਮ ਕਰਨ ਕੋ ਥਾਨ, ਕਿਨੂੰ ਬਿਠਾਏ ਨਾ ਕੀਏ ਸਨਮਾਨ। ਘਰ ਵੱਡੇ ਵੱਡੇ ਸਨ, ਚੁਬਾਰੇ ਸਨ, ਪਰ ਨਹਿ ਵਿਸ਼ਰਾਮ ਕਰਨ ਕੋ ਥਾਨ। ਸਾਡੇ ਵਾਸਤੇ, ਸਾਡੇ ਸਤਿਗੁਰੂ ਜੀ ਲਈ ਵਿਸ਼ਰਾਮ ਕਰਨ ਵਾਸਤੇ ਕੋਈ ਥਾਂ ਨਹੀਂ ਸੀ, ਕਿਉਂਕਿ ਘਰ ਭਾਵੇਂ 10 ਕਮਰਿਆਂ ਦਾ ਬਣਿਆ ਹੋਵੇ, ਜਿਹਨੇ ਕਿਸੇ ਨੂੰ ਘਰ ਰੁਕਣ ਵਾਸਤੇ ਥਾਂ ਹੀ ਨਹੀਂ ਦੇਣੀ, ਫਿਰ ਉਹਦੇ ਵਾਸਤੇ ਤਾਂ ਥਾਂ ਹੈ ਹੀ ਨਹੀਂ ਨਾ। ਆਰਾਮ ਕਰਨ ਵਾਸਤੇ ਥਾਂ ਕੋਈ ਨਹੀਂ ਸੀ। ਦੇਖ ਪਰਨ ਕਿਨਹੂ ਬਿਠਾਏ ਨਾ ਕੀਏ ਸਨਮਾਨ। ਅਸੀਂ ਪਿੰਡ ਦੇ ਵਿੱਚ ਗਏ, ਲੋਕ ਮਿਲੇ ਵੀ ਨਾ, ਤੇ ਕਿਸੇ ਨੇ ਸਾਨੂੰ ਬਿਠਾਇਆ ਨਾ, ਕਿਸੇ ਨੇ ਸਾਨੂੰ ਪਾਣੀ ਤੱਕ ਪੁੱਛਿਆ ਕਿ ਬਾਹਰੋਂ ਆਇਓ ਭਾਈ, ਕੋਈ ਆਦਰ ਸਨਮਾਨ ਹੀ ਦਈਏ। ਸਭ ਸਤਿਗੁਰ ਸੋ ਆਣ ਸੁਣਾਏ, ਪਰਨ ਫੁਹਾਰ ਲੱਗੇ ਕਟਿਆਈ। ਕਹਿੰਦੇ ਅਸੀਂ ਸਤਿਗੁਰੂ ਜੀ ਨੂੰ ਦੱਸਿਆ ਕਿ ਸਤਿਗੁਰੂ ਜੀ ਬੰਦੇ ਤੇ ਬੜੇ ਮਿਲੇ, ਘਰ ਵੀ ਵੱਡੇ ਵੱਡੇ ਨੇ। ਅਸੀਂ ਕਿਸੇ ਨੂੰ ਪੁੱਛਿਆ ਨਹੀਂ ਰਾਤ ਰਹਿਣਾ ਹੈ, ਤੇ ਕਿਸੇ ਨੇ ਸਾਨੂੰ ਕਿਹਾ ਨਹੀਂ ਬਾਹਰੋਂ ਆਇਓ, ਕਿ ਕੋਈ ਜਲ ਪਾਣੀ ਛਕ ਲਓ, ਕਿਸੇ ਨੇ ਸਤਿਕਾਰ ਹੀ ਨਹੀਂ ਕੀਤਾ। ਇਹਨਾਂ ਨੂੰ ਕਹਿੰਦੇ ਜਿਹੜੇ ਮੀਂਹ ਦੀਆਂ ਕਣੀਆਂ ਵੀ ਪੈਣ ਲੱਗ ਗਈਆਂ, ਫੁਹਾਰ ਪੈਣ ਲੱਗ ਗਈ। ਤਬ ਸਿਰੇ ਅਰਜਨ ਬਾਕ ਉਚਾਰੋ, ਏਕ ਬਸੈ ਇਹ ਠਾਮਮ ਪਿਆਰੋ। ਕਹਿੰਦੇ ਉਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ, ਬਚਨ ਗਏ। ਕਹਿੰਦੇ ਭਾਈ ਪਿੰਡ ਸਾਰਾ ਇੱਕੋ ਜਿਹਾ ਨਹੀਂ ਹੁੰਦਾ, ਇਸੇ ਪਿੰਡ ਦੇ ਵਿੱਚ ਹੀ, ਪਿੰਡ ਦੇ ਇੱਕ ਪਾਸੇ ਸਾਡਾ ਇੱਕ ਪਿਆਰਾ ਵੀ ਰਹਿੰਦਾ ਹੈ। ਤਿਸ ਟਿਕ ਬਸੋ ਮੋਹਿ ਮਨ ਭਾਇਓ, ਕਰੇ ਪ੍ਰੇਮ ਜੈਸੇ ਆਂਚ ਮੰਗਾਇਓ। ਸਤਿਗੁਰੂ ਕਹਿੰਦੇ ਨੇ ਭਾਈ ਚਲੋ ਬਿਧੀ ਚੰਦ ਆਪਾਂ ਉੱਥੇ ਚੱਲਦੇ, ਕਿ ਲੱਗਦਾ ਹੁੰਦਾ ਪ੍ਰੇਮ ਹੀ ਸਾਨੂੰ ਇੱਥੇ ਖਿੱਚ ਕੇ ਲਿਆਇਆ। ਸਿੱਖ ਦੇ ਗਰੀਬ ਹੈ, ਇਵੇਂ ਦਾ ਵੱਡਾ ਚੁਬਾਰਾ ਤਾਂ ਨਹੀਂ ਕਰਦੇ ਨਹੀਂ, ਪਰ ਉਹਦਾ ਪਿਆਰ ਇੱਧਰ ਸਾਨੂੰ ਲੈ ਕੇ ਆਇਆ, ਆਪਾਂ ਉਹਦੇ ਘਰ ਜਾ ਕੇ ਰੁਕਣੇ ਆ। ਉੱਠ ਸਗਰੇ ਤਿਸ ਨਿਕਟ ਸਿਧਾਏ, ਭਗਨ ਛਾਪਰੇ ਪਰ ਤ੍ਰਿਣਛਾਏ। ਸਤਿਗੁਰੂ ਦੇ ਬਚਨ ਸੁਣ ਕੇ ਸਾਰੇ ਉੱਠੇ, ਉੱਧਰ ਨੂੰ ਚੱਲੇ। ਤੇ ਘਰ ਕਿਹੜਾ ਸੀ ਕਿ ਕੱਖਾਂ ਦੀ ਇੱਕ ਛੰਨ ਹੈ, ਤੇ ਛੰਨ ਵੀ ਜਿਹੜੀ ਉੱਤੋਂ ਟੁੱਟੀ ਹੋਈ ਹੈ, ਕੱਖਾਂ ਦੇ ਨਾਲ ਉੱਤੋਂ ਢੱਕਿਆ, ਤੇ ਉਹ ਵੀ ਟੁੱਟੇ ਹੋਏ ਨੇ, ਛੱਤ ਵਗਦੀ ਹੈ। ਥੋੜ੍ਹਾ ਜਿਹਾ ਜ਼ਿਆਦਾ ਮੀਂਹ ਪੈ ਜਾਏ ਤੇ ਚੋਣੀ ਸ਼ੁਰੂ ਹੋ ਜਾਂਦੀ ਹੈ। ਪਰਮ ਸੰਤ ਸਿੱਖ ਹੇਮਾ ਨਾਮ, ਜੋ ਸਤਨਾਮ ਜਪੇ ਸਭ ਜਾਮ। ਪਰ ਇਸ ਝੁੱਗੇ ਦੇ ਵਿੱਚ ਰਹਿਣ ਵਾਲਾ ਜਿਹੜਾ ਸਿੱਖ, ਉਹਦਾ ਨਾਮ ਭਾਈ ਹਿੰਮਾ ਹੈ, ਜਿਹੜਾ 8 ਪੈਰ ਸਤਨਾਮ ਵਾਹਿਗੁਰੂ ਦੇ ਵਿੱਚ ਲਿਵ ਜੋੜ ਕੇ ਰੱਖਦਾ ਹੈ, ਜਿਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਪਰ ਹਰ ਵੇਲੇ ਅੰਦਰੋਂ ਆਵਾਜ਼ ਸਤਨਾਮ ਵਾਹਿਗੁਰੂ ਦੀ ਆਉਂਦੀ ਹੈ। ਫਟੇ ਕਾਮਰੇ ਉੱਪਰ ਲੀਨ, ਪੀਸ ਧਿਆਨ ਪ੍ਰੇਮ ਮਨ ਭੀਨ। ਤੇ ਭਾਈ ਬਿਧੀ ਚੰਦ ਕਹਿੰਦੇ ਜਦੋਂ ਅਸੀਂ ਜਾ ਕੇ ਦੇਖਿਆ, ਛਪਰੇ ਦੇ ਵਿੱਚ ਬੈਠਾ ਹੋਇਆ ਭਾਈ ਹਿੰਮਾ, ਉੱਤੇ ਪਾਟੀ ਜੀ ਕੰਬਲੀ ਲਈ ਹੈ, ਕਈਆਂ ਥਾਵਾਂ ਤੋਂ ਪਾਟੀ ਹੈ, ਤੇ ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਨਾ ਆਪਣੇ ਹੱਥੀਂ ਚੱਕੀ ਪੀ ਰਿਹਾ ਸੀ। ਚੱਕੀ ਦੇ ਵਿੱਚ ਆਟਾ ਪੀਂਦਾ ਸੀ, ਹੱਥ ਵਾਲੀ ਚੱਕੀ। ਦੇਖ ਸਿੱਖ ਕੋ ਭਏ ਪ੍ਰਸੰਨ, ਕਹਿਓ ਸੰਤ ਹਰ ਕੇ ਨਿਤ ਧੰਨ। ਕਹਿੰਦੇ ਸਿੱਖ ਨੂੰ ਵੇਖ ਕੇ ਬਸ ਪ੍ਰਸੰਨਤਾ ਬੜੀ ਹੋਈ,
ਉਹ ਸਿੱਖ ਸਾਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਕਿ ਹਰੇ ਤੇ ਸੰਤ ਜਾਣੇ ਜਪਣ ਵਾਲੇ ਨੇ ਸਦਾ ਧਾਨੀ ਨੇ। ਭਏ ਛਾਪਰੀ ਵਿਖੇ ਪ੍ਰਵੇਸ਼ ਹੇਮਾ ਹਿਰਤ ਹਰਖ ਵਿਸ਼ੇਸ਼, ਕਿ ਜਦੋਂ ਭਾਈ ਹੇਮੇ ਨੂੰ ਅਸੀਂ ਕਿਰਤ ਕਰਦੇ ਹੋਏ ਦੇਖਿਆ ਕਿ ਇਹ ਗੁਰੂ ਸਾਹਿਬ ਜੀ ਨੂੰ ਪਿਆਰ ਕਰਦਾ ਹੈ, ਇਹ ਸਿੱਖ ਧਨ ਹੈ। ਅਸੀਂ ਛਪਰੀ ਦੇ ਅੰਦਰ ਗਏ ਤੇ ਹੇਮਾ ਵੇਖ ਕੇ ਜਦੋਂ ਉਹਨੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ, ਇਹ ਬੜਾ ਪ੍ਰਸੰਨ ਹੋਇਆ। ਉਠ ਗੁਰ ਕੇ ਪਾਇਨ ਲਪਟਾਇਓ ਡਾਰ ਕਾਮਰੇ ਤਰੈ ਬਿਠਾਇਓ, ਇਹ ਉੱਠ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਚਿਪਕ ਗਿਆ। ਚਰਨ ਜਿਹੜੇ ਨੇ ਘੁੱਟ ਕੇ ਫੜ ਲਏ, ਮੱਥਾ ਉੱਤੇ ਰੱਖ ਲਿਆ, ਚੁੱਕੇ ਹੀ ਨਾ। ਸਤਿਗੁਰੂ ਜੀ ਨੇ ਉਠਾਇਆ। ਹੁਣ ਘਰ ਦੇ ਵਿੱਚ ਆਏ ਨੇ, ਚਾਹ ਇਹਨਾਂ ਚੜ੍ਹਿਆ ਕਿ ਬਿਠਾਵਾਂ ਕਿੱਥੇ, ਕਿਉਂਕਿ ਛਪਰੀ ਹੈ ਅਤੇ ਸੁਭਾਵਿਕ ਉੱਥੇ ਮੰਜੇ ਵੀ ਨਹੀਂ ਹੋਣੇ। ਪਾਟੀ ਹੋਈ ਕੰਬਲੀ ਜਿਹੜੀ ਉੱਤੇ ਲਈ ਸੀ ਨਾ, ਬਸ ਫਟਾਫਟ ਉਹ ਕੰਬਲੀ ਲਾਈ ਥੱਲੇ ਵਿਛਾ ਦਿੱਤੀ ਕਿ ਸਤਿਗੁਰੂ ਜੀ ਇਹ ਤੁਹਾਡਾ ਆਸਣ ਹੈ। ਸਤਿਗੁਰੂ ਜੀ ਨੂੰ ਕੰਬਲੀ 'ਤੇ ਬਿਠਾਇਆ। ਪੱਗ ਪਖਾਰ ਚਰਨ ਅੰਮ੍ਰਿਤ ਲੀਨੋ, ਦਰਸ਼ਨ ਕਰਤਾ ਆਨੰਦ ਮਨ ਭਿੰਨੋ। ਭਾਈ ਹੇਮਾ ਜੀ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨ ਧੋਆਏ। ਚਰਨ ਧੋ ਕੇ ਚਰਨ ਪੋਹ ਲਈ, ਚਰਨ ਅੰਮ੍ਰਿਤ ਲਿਆ ਕਿ ਮਨ ਦੇ ਵਿੱਚ ਆਨੰਦ ਭਰ ਗਿਆ। ਜਾਚਿਓ ਅੰਨ ਸੰਚਜੋ ਧਰਿਓ, ਪੀਸ ਪਕਾਏ ਆਹਾਰ ਸੋ ਕਰਿਓ। ਹੁਣ ਸਤਿਗੁਰੂ ਜੀ ਨੇ ਉੱਥੇ ਭੋਜਨ ਪ੍ਰਸ਼ਾਦਾ ਮੰਗ ਕੇ ਲਿਆ ਕਿ ਭਾਈ ਹੇਮਾ ਪਤਾ ਨਹੀਂ ਕਿਤੋਂ ਮੰਗ ਕੇ ਲਿਆਇਆ, ਪਤਾ ਨਹੀਂ ਦਿਹਾੜੀ ਕਰਕੇ ਲਿਆਇਆ। ਬਸ ਉਹੀ ਕਣਕ ਸੀ ਜਿਹੜੀ ਪੀ ਕੇ ਜਿੰਦੇ ਉਹਨੇ ਪ੍ਰਸ਼ਾਦੇ ਬਣਾਉਣੇ ਸਨ। ਕਣਕ ਸੀ ਜਾਂ ਉਸ ਵੇਲੇ ਜਿਵੇਂ ਦਾ ਵੀ ਅਨਾਜ ਸੀ, ਕਹਿੰਦੇ ਉਹ ਪੀਸ ਕੇ ਪਕਾ ਕੇ ਭੋਜਨ ਉਹਨੇ ਉਸੇ ਵੇਲੇ ਤਿਆਰ ਕੀਤਾ। ਬਿਨੈ ਭਣੇ ਗੁਰ ਕੋ ਅਚਵਾਇਓ, ਹਮਕੋ ਦੇਨ ਸਕਲ ਤਪ ਖਾਇਓ। ਪ੍ਰਸ਼ਾਦਾ ਰੁੱਖਾ ਸੁੱਖਾ ਜਿਵੇਂ ਦਾ ਤਿਆਰ ਹੋਇਆ। ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੀਆਂ ਦਿੱਤੀਆਂ ਦਾਤਾਂ ਨੇ, ਜੋ ਕੁਛ ਅਸੀਂ ਤੁਹਾਡਾ ਹੀ ਹੈ, ਕਿਰਪਾ ਕਰੋ ਹੁਣ ਛਕੋ। ਅਤੇ ਗੁਰੂ ਸਾਹਿਬ ਜੀ ਨੇ ਬੜੇ ਆਨੰਦ ਦੇ ਨਾਲ ਪ੍ਰਸ਼ਾਦਾ ਛਕਿਆ। ਸੀਤ ਪ੍ਰਸ਼ਾਦ ਤਾਹੇ ਪੁਨ ਲੀਨਾ, ਧਰੇ ਪ੍ਰੇਮ ਤਿਨ ਖਾਵਣ ਕੀਨਾ। ਸਤਿਗੁਰੂ ਜੀ ਦਾ ਬਚਿਆ ਹੋਇਆ ਕੁਝ ਸੀਤ ਪ੍ਰਸ਼ਾਦ ਭਾਈ ਹੇਮੇ ਨੇ ਲਿਆ, ਬੜੇ ਪ੍ਰੇਮ ਦੇ ਨਾਲ ਉਹ ਛਕਿਆ। ਗੁਰੂ ਚਰਨ ਚੰਪਤ ਗੁਣ ਗਾਵਤ, ਕਰੇ ਕਿਰਪਾ ਮੋਹ ਪਰ ਹਰਖਾਵਤ। ਹੁਣ ਭਾਈ ਹੇਮਾ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ। ਰਾਤ ਦਾ ਸਮਾਂ ਹੋ ਗਿਆ। ਆਰਾਮ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨ ਦਬਾਉਂਦਾ ਹੈ ਅਤੇ ਬਾਰ-ਬਾਰ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਬੜੀ ਕਿਰਪਾ ਕੀਤੀ, ਇੱਕ ਦੇਣ ਦੇ ਗਰੀਬ ਦੇ ਘਰ ਵਿੱਚ ਆ ਕੇ ਤੁਸੀਂ ਕਿਰਪਾ ਕੀਤੀ, ਸਾਨੂੰ ਦਰਸ਼ਨ ਦਿੱਤੇ। ਤਿਸ ਕੇ ਦਸਾ ਦੇਖ ਸ੍ਰੀ ਅਰਜਨ, ਸ਼ਬਦ ਉਚਾਰਨ ਕੀਨ ਤਹੀ ਛਿਨ। ਕਹਿੰਦੇ ਭਾਈ ਹੇਮੇ ਵੱਲੇ ਵੇਖ ਕੇ ਗੁਰੂ ਸਾਹਿਬ ਜੀ ਨੇ ਕਿਰਪਾ ਦੇ ਘਰ ਵਿੱਚ ਆਏ ਅਤੇ ਉੱਥੇ ਸੂਹੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰ ਦਿੱਤਾ ਕਿ ਭਾਈ ਤੇਰੀ ਛਪੜੀ ਭਾਵੇਂ ਟੁੱਟੀ ਹੋਈ ਹੈ ਛਪਰੀ, ਤੂੰ ਗਰੀਬ ਨਹੀਂ। ਗਰੀਬ ਤੇ ਉਹ ਲੋਕ ਨੇ ਵੱਡੀਆਂ ਵੱਡੀਆਂ ਕੋਠੀਆਂ ਚਬਾਰੇ ਵਾਲੇ, ਜਿਨ੍ਹਾਂ ਕੋਲ ਰਹਿਣ ਵਾਸਤੇ ਥਾਂ ਹੀ ਕੋਈ ਨਹੀਂ, ਰੱਬ ਦੇ ਪਿਆਰਿਆਂ ਨੂੰ ਰੱਖਣ ਵਾਸਤੇ ਥਾਂ ਕੋਈ ਨਹੀਂ। ਭਾਈ ਹੇਮਾ ਤੂੰ ਗਰੀਬ ਨਹੀਂ, ਤੂੰ ਤੇ ਮਹਾਰਾਜਾ ਹੈ। ਉੱਥੇ ਸ਼ਬਦ ਉਚਾਰਨ ਕੀਤਾ। ਰਾਗ ਸੂਹੀ ਮਹੱਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਭਲੇ ਸੁਹਾਵੇ ਛਾਪਰੇ ਜਾ ਮੈਂ ਗੁਣ ਗਾਏ। ਭਈ ਇਹ ਛਪਰੀ ਤਾਂ ਬੜੀ ਸੋਹਣੀ ਹੈ, ਬੜੀ ਭਲੀ ਹੈ, ਜਿਹਦੇ ਵਿੱਚ ਰੱਬ ਦੇ ਗੁਣ ਗਾਏ ਜਾਂਦੇ ਨੇ। ਅਤੇ ਨਾਲ ਪਿੰਡ ਵੱਲ ਇਸ਼ਾਰਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕਿਤ ਹੇ ਕਾਮ ਨਾ ਧੌ ਲਹਾਰ, ਜਿਤ ਹਰ ਬਿਸਰਾਏ। ਵੀ ਇਹ ਵੱਡੇ ਵੱਡੇ ਬਹਾਡ, ਵੱਡੇ ਵੱਡੇ ਚੁਬਾਰੇ ਕਿਹੜੇ ਕੰਮ ਦੇ ਕਿ ਜਿੱਥੇ ਰੱਬ ਨੂੰ ਲੋਕ ਭੁੱਲਿਓ ਬੈਠੇ ਨੇ। ਔਰ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ, ਰਹਾਓ ਅਣਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤੇ ਆਵੈ। ਭਾਈ ਹੇਮਾ ਜੀ ਇਸ ਗਰੀਬੀ ਦੇ ਵਿੱਚ ਤਾਂ ਆਨੰਦ ਹੀ ਬੜਾ ਹੈ ਕਿ ਜਿਹਦੀ ਸੰਗਤ ਕਰਿਆ ਰੱਬ ਚਿਤੇ ਆ ਜੇ। ਜਲ ਜਾਓ ਇਹ ਵੱਡਪਨਾ ਮਾਇਆ ਲਪਟਾਏ। ਅਤੇ ਪਿੰਡ ਵਾਲੇ ਫਿਰ ਇਸ਼ਾਰਾ ਕਰਦੇ ਨੇ, ਇਹ ਵੱਡਾਪਨ ਸੜ ਕੇ ਸੁਆਹ ਹੀ ਹੋ ਜੇ।
कि ਜਿਹੜੇ ਮਾਇਆ ਦੇ ਵਿੱਚ ਇੰਨੇ ਲਿਪਟੇ ਹੋਏ ਨੇ, ਅੰਨੇ ਹੋਏ ਨੇ ਕਿ ਬੰਦੇ ਨੂੰ ਬੰਦਾ ਹੀ ਨਹੀਂ ਜਾਣਦੇ। ਪੀਸਣ ਪੀਸ ਓਢ ਕਾਮਰੇ ਸੁਖ ਮਨ ਸੰਤੋਖ ਆਏ। ਸਤਿਗੁਰੂ ਕਹਿੰਦੇ ਨੇ ਭਾਈ ਹਿੰਮਾ ਜੀ, ਜਿਹੜਾ ਤੂੰ ਹੱਥਾਂ ਦੇ ਨਾਲ ਪੀਣਾ ਪੀਆ ਨਾ, ਇਹ ਜਿਹੜੀ ਪਾਟੀ ਹੋਈ ਕੰਬਲੀ ਤੂੰ ਥੱਲੇ ਵਿਛਾ ਦਿੱਤੀ, ਸੇਵਾ ਕੀਤੀ, ਇਸ ਕਰਕੇ ਇਹ ਤੇਰੀ ਦਸਾਂ ਨੋਹਾਂ ਦੀ ਕਿਰਤ ਹੈ, ਜਿਹਦੇ ਕਰਕੇ ਮਨ ਸੰਤੋਖ ਵਿੱਚ ਹੈ। ਐਸੋ ਰਾਜ ਨ ਕਿਤੈ ਕਾਜ ਜਿਤ ਨਹਿ ਤ੍ਰਿਪਤਾਏ। ਇਵੇਂ ਦਾ ਰਾਜ ਕਿਹੜੇ ਕੰਮ ਜਿਹਦੇ ਵਿੱਚੋਂ ਬੰਦਾ ਕਦੇ ਰੱਜੇ ਹੀ ਨਾ। ਔਰ ਦੇਖੋ, ਰਾਜ ਵਿੱਚੋਂ ਬੰਦਾ ਕਦੇ ਰੱਜਿਆ ਜੀ। 100 ਸਾਲ ਦਾ ਵੀ ਹੋ ਜਾਏ ਤੇ ਫਿਰ ਵੀ ਕਹਿੰਦਾ ਇੱਕ ਮੌਕਾ ਹੋਰ, ਕਿਉਂਕਿ ਹਲੇ 5 ਸਾਲ ਹੋਰ ਕਰਨਾ ਰਾਜ, ਇੱਕ ਮੌਕਾ ਹੋਰ ਦੇ ਦਿਓ। ਐਸੋ ਰਾਜ ਨ ਕਿਤੈ ਕਾਜ ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ ਬਹੁ ਸ਼ੋਭਾ ਪਾਏ। ਸਤਿਗੁਰੂ ਕਹਿੰਦੇ ਨੇ ਭਾਵੇਂ ਬੰਦਾ ਕੱਪੜਿਆਂ ਤੋਂ ਬਿਨਾਂ ਨੰਗਾ ਰਹਿ ਲਵੇ, ਪਰ ਇੱਕ ਦੇ ਪ੍ਰੇਮ ਦੇ ਵਿੱਚ ਪਿਆ ਹੋਵੇ ਨਾ, ਅੰਦਰ ਇੱਕ ਦਾ ਪਿਆਰ ਹੋਵੇ, ਉਹ ਸ਼ੋਭਾ ਪਾਏ, ਉਹ ਅਸਲ ਵਿੱਚ ਰੱਬ ਦੇ ਘਰ ਵਿੱਚ ਸ਼ੋਭਦਾ ਹੈ। ਪਾਟ ਪਟੰਬਰ ਬਿਰਥਿਆ ਜਿਹ ਰਚ ਲੋਭਾਏ। ਇਵੇਂ ਦੇ ਕੀਮਤੀ ਬਸਤਰ, ਪਾਟ ਪਟੰਬਰ ਸਭ ਜ਼ਹਿਰ ਨੇ, ਜਿਨ੍ਹਾਂ ਦੇ ਵਿੱਚ ਬੰਦਾ ਇੰਨਾ ਰੰਗਿਆ ਜਾਏ, ਇੰਨਾ ਰਚ ਜੇ ਕਿ ਰੱਬ ਹੀ ਭੁੱਲ ਜੇ। ਸਭ ਕੁਛ ਤੁਮਰਾ ਹਾਥ ਪ੍ਰਭ ਆਪ ਕਰੇ ਕਰਾਏ। ਅਖੀਰ ਤੇ ਸਤਿਗੁਰੂ ਜੀ ਨੇ ਬੇਨਤੀ ਵੀ ਕਰ ਦਿੱਤੀ ਕਿ ਇਹਨਾਂ ਦੇ ਹੱਥ ਵੀ ਕੁਝ ਨਹੀਂ, ਕਿ ਰੱਬ ਜੀ ਪਰਮੇਸ਼ਰ ਜੀ ਹੈ ਤੇ ਸਾਰਾ ਕੁਛ ਤੇਰੇ ਹੱਥ ਹੀ, ਇਹਨਾਂ ਤੋਂ ਵੀ ਜੋ ਕੁਛ ਤੂੰ ਕਰਾ ਰਿਹਾ ਆਪ ਹੀ ਕਰਾ ਰਿਹਾ। ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਅਖੀਰ ਤੇ ਸਤਿਗੁਰੂ ਕਹਿੰਦੇ ਨੇ ਭਾਈ ਉਹਨੂੰ ਸਾਸ ਸਾਸ ਮੈਂ ਸਿਮਰਦਾ ਹੀ ਰਵਾਂ। ਨਾਨਕ ਦਾਨ ਪਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮੈਂ ਤੇਰੇ ਦਰ ਤੋਂ ਇਹ ਦਾਨ ਮੰਗਿਆ ਹੈ, ਇਸ ਦਾਨ ਦੀ ਪ੍ਰਾਪਤੀ ਹੋਈ ਕਿ ਤੈਨੂੰ ਸਿਮਰਦਾ ਰਵਾਂ। ਅੱਗੇ ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਉਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ